ਬਠਿੰਡੇ ਕਹਿੰਦੇ ਥੈਂਕ ਯੂ ਵੈਰੀ ਮਚ ਮਿਸਟਰ ਚੰਨੀ, ਮੈਂ ਆਪਣੀ ਲਾਈਫ ਬਚਾ ਕੇ ਜਾ ਰਿਹਾ। ਇਹ ਕੋਈ ਗੱਲ ਕਹਿਣ ਵਾਲੀ ਸੀ? ਜੇ ਆਦਮੀ ਨੂੰ ਸੇਵਾ ਵਿੱਚ ਲੱਗਾ ਹੋਇਆ ਉਹਨੂੰ ਕੋਈ ਡਰ ਨਹੀਂ ਹੁੰਦਾ। ਸੱਚੇ ਸੁੱਚੇ ਆਦਮੀ ਨੂੰ ਘਬਰਾਉਂਦਾ ਉਹ ਹੈ, ਡਰਦਾ ਉਹ ਹੈ ਜਿਹਨੇ ਕਿ ਕੋਈ ਨਾ ਕੋਈ ਖਰਾਬੀਆਂ ਕੀਤੀਆਂ। ਕੈਪਟਨ ਸਾਹਿਬ ਦਾ ਲੈ ਲਓ, ਉੱਥੇ 60 MLA ਲਿਖ ਕੇ ਆਏ ਕਿ ਜੇ ਰਹੇ ਤੇ ਅਸੀਂ ਹਾਰ ਜਾਣਾ, ਤੇ ਫਿਰ ਗੁੱਸਾ ਕਾਹਦਾ? ਕੇਜਰੀਵਾਲ is a wolf in sheep's clothing। ਉਹ ਬੰਦੇ ਦੀ ਹੀ is a forked tongue, ਜਿਵੇਂ ਸੱਪ ਦੀ ਹੁੰਦੀ ਨਾ ਜ਼ਬਾਨ, ਦਿੱਲੀ ਵਿੱਚ ਕੁਛ ਹੋਰ ਬੋਲਦੀ ਆ, ਉਹ ਪੰਜਾਬ ਵਿੱਚ ਕੁਛ ਹੋਰ ਬੋਲਦੀ ਹੈ, ਇੱਦਾਂ ਚੱਲਦੀ ਉਹਦੀ ਜ਼ਬਾਨ। ਇਹ ਬੰਦਾ ਤਾਂ ਇਹਨੂੰ ਵਿਚਾਰੇ ਨੂੰ, ਸਾਡੇ ਭਗਵੰਤ ਮਾਨ ਨੂੰ ਟਿੱਬੀ ਮਾਰਨੀ ਜਦੋਂ ਮਰਜ਼ੀ ਮਾਰ। ਨਵਜੋਤ ਸਿੱਧੂ ਦੀ ਪਿੱਠ ਸੁਣਦੀ ਹੈ, ਉਹਨੇ ਅਜੇ ਤਾਈਂ ਆਪਣੀ ਓਨੈਸਟੀ ਦੀ ਰੈਪੂਟੇਸ਼ਨ ਮੇਨਟੇਨ ਕੀਤੀ ਹੈ। ਚੰਨੀ ਵਿਚਾਰਾ ਆਇਆ ਸੀ, ਬੜਾ ਸੋਹਣਾ ਜੋਸ਼ ਪੈਦਾ ਹੋਇਆ ਸੀ, ਭਤੀਜੇ ਦੇ ਵਿੱਚ ਉਹ ਵੀ ਫਸ ਗਿਆ। ਤੇ ਕਿਸੇ ਤਾਂ ਆਮ ਕਿਸਾਨ ਦੇ ਜਿਹੜੇ ਮਰੇ ਉਹਨਾਂ ਦਾ ਇਹਨਾਂ ਨੂੰ ਜੇ ਕੋਈ ਪਿਆਰ ਹੈ ਤਾਂ ਬਾਹਰ ਆਉਣ ਲੜ, ਜੇ ਨਹੀਂ ਹੁਣ ਲੜ ਸਕੇ ਘੱਟੋ ਘੱਟ ਐਲਾਨ ਕਰਨ ਕਿ ਅਸੀਂ ਜੀ ਤੁਸੀਂ ਸ਼ਾਮਲ ਹੋ ਔਰ ਇਹਨਾਂ ਨੂੰ ਕਾਮਯਾਬ। ਇਹ ਬਾਹਰ ਨਹੀਂ ਹੈਗੇ ਉਹਨਾਂ ਤੋਂ, ਇਹ ਉਹਨਾਂ ਦੇ ਆਖੇ ਚੱਲਣਗੇ, ਔਰ ਜੇ ਖਾਸ ਕਰਕੇ ਜਿੱਤਣਗੇ ਉਹਨਾਂ ਦੇ ਕਹਿਣ ਤੇ, ਉਹਨਾਂ ਦੀ ਸਪੋਰਟ ਨਾਲ, ਉਹ ਦੇ ਵਿਲ ਬੀ ਗ੍ਰੇਟਫੁਲ। ਸੋ ਇਹ ਇਹਨਾਂ ਨੂੰ ਇਮੀਡੀਏਟਲੀ ਕਰਨਾ ਪੈਣਾ, ਨਹੀਂ ਇਹਨਾਂ ਨੂੰ ਸਜ਼ਾ ਭੁਗਤਣੀ ਪੈਣੀ ਹੈ। ਅਸੀਂ ਆਪਣੀ ਨਵੀਂ ਸਰਕਾਰ ਚੁਣਨ ਜਾ ਰਹੇ ਹਾਂ, ਸਮਾਂ ਘੱਟ ਆ, ਲੇਕਿਨ ਮਸਲਾ ਇਹ ਆ ਕਿ ਅੱਜ ਕੱਲ੍ਹ ਜਿਹੜੀਆਂ ਚੋਣਾਂ ਹੋ ਰਹੀਆਂ ਪੰਜਾਬ ਦੇ ਵਿੱਚ, ਉਹ ਚਿਹਰਿਆਂ 'ਤੇ ਹੋ ਰਹੀਆਂ ਨੇ, ਲੋਕ ਮੁੱਦਿਆਂ 'ਤੇ ਨਹੀਂ ਹੋ ਰਹੀ, ਲੋਕ ਸਰੋਕਾਰਾਂ 'ਤੇ ਨਹੀਂ ਹੋ ਰਹੀ। ਪੰਜਾਬ ਦੇ ਲੋਕਾਂ ਨੇ 15 ਮਹੀਨੇ, ਚਾਹੇ ਦਿੱਲੀ ਦਾ ਸਿੰਘੂ ਬਾਰਡਰ ਹੋਵੇ, ਚਾਹੇ ਗਾਜ਼ੀਪੁਰ ਹੋਵੇ, ਚਾਹੇ ਟਿਕਰੀ ਹੋਵੇ, ਉੱਥੇ ਘੀਸੀਆਂ ਕੀਤੀਆਂ ਹੈਗੀਆਂ ਨੇ। 750 ਤੋਂ ਜ਼ਿਆਦਾ ਜਿਹੜੇ ਕਿਸਾਨ ਨੇ ਉਹ ਸ਼ਹੀਦ ਹੋਏ ਨੇ। 15 ਮਹੀਨਿਆਂ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਬਿੱਲ ਵਾਪਸ ਲੈਣ ਦੀ ਵੀ ਗੱਲ ਕਰਦੇ ਨੇ ਅਤੇ ਮਾਫੀ ਵੀ ਮੰਗਦੇ ਨੇ। ਪਰ ਪੰਜਾਬ ਦੀਆਂ ਚੋਣਾਂ, ਜਿਹੜੇ ਪੰਜਾਬੀਆਂ ਨੇ ਇਹ ਖੇਤੀ ਕਾਨੂੰਨਾਂ ਨੂੰ ਸ਼ੁਰੂ ਤੋਂ ਹੀ ਕਾਲੇ ਕਾਨੂੰਨ ਦੱਸਦੇ ਹੋਏ ਭਾਰਤ ਵਾਸਤੇ ਇੱਕ ਰਾਹ ਦਸੇਰੇ ਬਣੇ ਸੀ ਪੰਜਾਬੀ, ਉਹ ਜਿਹੜਾ ਮੁੱਦਾ ਖੇਤੀ ਵਾਲਾ, ਉਹ ਪੰਜਾਬ 'ਚ ਕਿਉਂ ਮਨਫੀ ਆ, ਕਿਉਂ ਗਾਇਬ ਆ, ਕਿਉਂ ਸਿਰਫ ਅਤੇ ਸਿਰਫ ਚਿਹਰਿਆਂ ਦੀ ਸਿਆਸਤ ਹੋ ਰਹੀ ਆ। ਸੈਂਟਰ ਸਰਕਾਰ ਨੇ ਬਜਟ ਵੀ ਆਪਣਾ ਪੇਸ਼ ਕਰ ਦਿੱਤਾ ਹੈਗਾ। ਬਜਟ ਦੇ ਵਿੱਚ ਵੀ ਖੇਤੀ ਨੂੰ ਲੈ ਕੇ ਜਾਂ ਕਿਸਾਨਾਂ ਦੀ ਆਮਦਨ ਨੂੰ ਲੈ ਕੇ ਉਹ ਗੱਲ ਸਾਹਮਣੇ ਨਹੀਂ ਉੱਭਰ ਕੇ ਆਈ ਜਿਹੜੀ ਆਉਣੀ ਚਾਹੀਦੀ ਸੀ। ਅਤੇ ਇਸ ਮੁਤਲਕ ਹੀ ਅਸੀਂ ਗੱਲਬਾਤ ਕਰਾਂਗੇ। ਬਹੁਤ ਹੀ ਉੱਚ ਅਹੁਦੇ ਤੋਂ ਰਿਟਾਇਰ ਹੋਏ ਸਰਦਾਰ ਸੁਵੰਤ ਸਿੰਘ ਬੋਪਾਰਾਏ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਵੀ ਸਿੰਘੂ ਜਾ ਕੇ ਹਾਜ਼ਰੀਆਂ ਭਰੀਆਂ ਸੀ, ਕਿਸਾਨਾਂ ਨੂੰ ਦੱਸਿਆ ਸੀ ਕਿ ਕਿੰਨੇ ਇਹ ਬਿੱਲ ਮਾੜੇ ਨੇ, ਅਤੇ ਉਹਨਾਂ ਨਾਲ ਹੀ ਗੱਲਬਾਤ ਕਰਦੇ। ਬੋਪਾਰਾਏ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਸਰ, ਮੇਰਾ ਸਵਾਲ ਆ ਕਿ ਅਸੀਂ ਲੜਾਈ ਲੜੀ, ਪੂਰੇ ਦੇਸ਼ ਨੂੰ ਦੱਸਿਆ ਕਿ ਬਿੱਲ ਮਾੜੇ ਨੇ। ਹੁਣ ਸਾਡੀ ਸਰਕਾਰ ਅਸੀਂ ਪੰਜਾਬੀਆਂ ਨੇ ਚੁਣਨੀ ਆ, ਉਹ ਖੇਤੀ ਦਾ ਮੁੱਦਾ ਗਾਇਬ ਹੀ ਹੋ ਗਿਆ ਜੀ। ਮੁੱਦਾ ਕੀ ਚੱਲ ਰਿਹਾ? ਨਵਜੋਤ ਸਿੰਘ ਸਿੱਧੂ, ਚਰਨਜੀਤ ਚੰਨੀ, ਬਿਕਰਮ ਮਜੀਠੀਆ, ਨਵਜੋਤ ਸਿੰਘ ਸਿੱਧੂ, ਸੁਖਬੀਰ ਸਿੰਘ ਬਾਦਲ, ਭਗਵੰਤ ਮਾਨ, ਅਸੀਂ 6 ਚਿਹਰਿਆਂ ਦੇ ਦਿਵਾਲੇ ਘੁੰਮ ਰਹੇ ਹਾਂ ਜੀ। ਆਪਾਂ ਇਹਨਾਂ ਗੱਲਾਂ 'ਤੇ ਵੀ ਆ ਜਾਵਾਂਗੇ ਜੀ, ਪਰ ਆਪਾਂ ਇਹ ਵੀ ਚੀਜ਼ ਆਪਾਂ ਨੂੰ ਪਰਖਣੀ ਚਾਹੀਦੀ ਹੈ ਕਿ ਜਿਹੜੀ ਸਕ੍ਰਿਪਟ ਮੋਦੀ ਸਾਹਿਬ ਨੇ ਲਿਖੀ ਸੀ ਔਰ ਜਿਹਦੇ ਥੱਲੇ ਉਹ ਸਮਰਾਟਾਂ ਵਾਂਗੂ ਟਹਿਲ ਕੇ ਤੁਰਦੇ ਫਿਰਦੇ ਦਿਖਾਉਂਦੇ ਨੇ ਆਪਣੇ ਆਪ ਨੂੰ, ਜਿਹੋ ਜਿਹੇ ਸੋਹਣੇ ਸੋਹਣੇ ਕੱਪੜੇ, ਜਿਵੇਂ ਜਨਾਨੀਆਂ ਬਦਲਦੀਆਂ 4 ਵਾਰੀ, ਉੱਦਾਂ ਬਦਲ ਕੇ ਉਹ ਇੱਕ ਬੜਾ ਆਪਣੇ ਆਪ ਨੂੰ ਮਹਾਨ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਉਹਨਾਂ ਨੇ ਇਹ 3 ਕਾਨੂੰਨ ਪਾਸ ਕਰਕੇ ਧਨਾਡਾ ਨਾਲ ਜਿਹੜੀ ਉਹਨਾਂ ਨੇ ਦੋਸਤੀ ਪਾਈ ਸੀ, ਉਹਨਾਂ ਨੂੰ ਬਹੁਤ ਮਹਿੰਗੀ ਪਈ ਹੈ ਜੀ। ਉਹਨਾਂ ਨੇ ਇਹਨਾਂ 3 ਕਾਨੂੰਨਾਂ ਨਾਲ 50% ਇੰਡੀਆ ਜਿਹੜਾ ਹੈ ਉਹ ਡੀਸਟੇਬਲਾਈਜ਼ ਕਰ ਦਿੱਤਾ ਜੀ। ਸਾਰੇ ਭਾਰਤ ਵਰਸ਼ ਦੇ ਕਿਸਾਨਾਂ ਨੂੰ ਪਤਾ ਲੱਗਾ ਵੀ ਉਹਨਾਂ ਨੂੰ ਤਾਂ ਇਹਨਾਂ ਨੇ, ਸਰਕਾਰਾਂ ਨੇ ਸੁੱਕੇ ਹੀ ਮਾਂਜ ਦਿੱਤਾ। ਉਹਨਾਂ ਨੂੰ ਤਾਂ MSP ਇੱਕ ਦਿਨ ਵੀ ਨਹੀਂ ਮਿਲੀ ਅੱਜ ਤਾਈਂ ਜੀ। ਜੇ 1800 1900 ਹੈ ਤਾਂ ਉਹਨਾਂ ਨੂੰ 900 ਤੋਂ 1100 ਤੇ ਮਿਲਦੀ ਰਹੀ ਹੈ। ਉੱਥੋਂ ਦਾ ਝੋਨਾ, ਉੱਥੋਂ ਦੀ ਕਣਕ ਇੱਥੇ ਆ ਕੇ ਵਿਕਦੀ ਰਹੀ ਹੈ। ਬਿਲਕੁਲ। ਸੋ ਉਹਨਾਂ ਨੂੰ
ਇਹ ਜਦੋਂ ਜਹਿਦ ਰਾਹੀਂ ਜਿਹੜੀ ਕਿ ਮੋਦੀ ਸਾਹਿਬ ਦੀ ਗਲਤੀ ਸੀ ਇਹ 3 ਕਾਨੂੰਨ ਲਿਆਉਣ ਦੀ, ਜਿਹੜੀ ਉਹਨਾਂ ਨੇ ਚੋਰ ਦਰਵਾਜ਼ੇ ਤੋਂ ਲਿਆਂਦੇ ਨੇ, ਉਹਦਾ ਅਸਰ ਇਹ ਹੋਇਆ ਹੈ ਕਿ ਸਾਰਾ ਜਿਹੜਾ, ਔਰ ਤੁਹਾਨੂੰ ਪਤਾ ਐਗਰੀਕਲਚਰ ਇਕੋਨਮੀ ਤੇ ਸਾਰੇ ਲੋਕ, ਭਾਵੇਂ ਜ਼ਮੀਨ ਹੈ ਜਾਂ ਨਹੀਂ ਹੈ, ਪਿੰਡੂ ਸਾਰੀ ਇਕੋਨਮੀ ਉਹਨਾਂ ਤੇ ਬੇਸਡ ਹੈ, ਲੈਂਡ ਤੇ ਬੇਸਡ ਹੈ। ਬਿਲਕੁਲ ਜੀ। ਭਾਵੇਂ ਕੋਈ ਤਰਖਾਣਾ ਕੰਮ ਕਰਦਾ, ਭਾਵੇਂ ਕੋਈ ਲੋਹਾ ਰੱਥ ਕੰਮ ਕਰਦਾ, ਭਾਵੇਂ ਕੋਈ ਕਾਮਾ ਹੈ, ਜੋ ਵੀ ਹੈ, ਭਾਵੇਂ ਛੋਟਾ ਉੱਥੇ ਦੁਕਾਨਦਾਰ ਹੈ, ਜੀ ਜੀ। ਉਹਦੀ ਇਨਕਮ ਡਾਇਰੈਕਟਲੀ ਰਿਲੇਟਡ MSP ਨਾਲ ਹੈ। ਸਾਰੇ ਹਿੰਦੁਸਤਾਨ ਨੂੰ ਪਤਾ ਲੱਗਾ, ਉਹਨਾਂ ਦੁਕਾਨਦਾਰਾਂ ਨੂੰ ਪਤਾ ਲੱਗਾ, ਉਹਨਾਂ ਵਰਕਰਾਂ ਨੂੰ ਪਤਾ ਲੱਗਾ ਵੀ ਅਸੀਂ ਤਾਂ ਇਹਦੇ ਨਾਲ ਦੁੱਗਣੀ ਕਮਾਈ ਕਰ ਸਕਦੇ ਸੀ, ਕੀਤੀ ਸੀ ਅਸੀਂ, ਸਿਰਫ ਸਰਕਾਰ ਨੇ ਨਹੀਂ ਉਹਨਾਂ ਨੂੰ ਉਹ ਲੈਣ ਨਹੀਂ ਦਿੱਤੀ। ਜੀ। ਸੋ ਉਹਨਾਂ ਇਹਦੇ ਕਰਕੇ ਜੋ ਉਹ ਉਸ ਤੋਂ ਬਾਅਦ ਇਲੈਕਸ਼ਨਾਂ ਦੇ ਰਿਜ਼ਲਟ ਵੀ ਰਹੇ ਨੇ, ਉਹਨਾਂ ਨੇ ਦਿਖਾ ਦਿੱਤਾ ਹੈ ਕਿ ਜਿਹੜੀ ਸਕ੍ਰਿਪਟ ਮੋਦੀ ਸਾਹਿਬ ਨੇ ਲਿਖੀ ਸੀ ਬੜੇ ਧਿਆਨ ਨਾਲ, ਉਹ ਗਲਤ ਸੀਗੀ, ਔਰ ਉਹਦਾ ਇਫੈਕਟ, ਐਡਵਰਸ ਇਫੈਕਟ ਉਹਨਾਂ ਦੀ ਉਮੀਦ ਤੋਂ ਔਰ ਬਾਕੀ ਸਾਰਿਆਂ ਦੀ ਉਮੀਦ ਤੋਂ ਬਹੁਤ ਜ਼ਿਆਦਾ ਹੋਇਆ ਹੈ, ਔਰ ਅੱਗੇ ਹੋਣਾ ਹੈ। ਦੂਜੀ ਗੱਲ ਇਹ ਹੈ ਵੀ ਮੀਡੀਆ, ਸੋਸ਼ਲ ਮੀਡੀਆ, ਆ ਜਿਹੜੀ ਟੈਕਨੋਲੋਜੀ ਸਰਕਾਰਾਂ ਨੇ ਹਰ ਕਿਸੇ ਦੇ ਹੱਥ ਵਿੱਚ ਦੇ ਦਿੱਤੀ ਹੈ, ਟੈਲੀਫੋਨ ਦੀ ਸ਼ਕਲ ਦੇ ਵਿੱਚ, ਇਹਨੇ ਤਾਂ 1 ਮਿੰਟ ਵਿੱਚ ਸਾਰੀ ਇਨਫੋਰਮੇਸ਼ਨ ਸਾਰੇ ਮੁਲਕ 'ਚ ਪਹੁੰਚ ਜਾਂਦੀ ਹੈ, ਔਰ ਲੋਕੀ ਹੁਣ ਇੰਨੇ ਜਾਗ ਗਏ ਨੇ ਕਿ ਇਹ ਹੁਣ ਚੀਜ਼ ਜੋ ਇਹਨਾਂ ਨੇ ਸਕ੍ਰਿਪਟ ਟ੍ਰੈਡੀਸ਼ਨਲ ਪੋਲਿਸੀ ਪਾਰਟੀਆਂ ਨੇ ਬਣਾਈ ਹੋਈ ਹੈ, ਇਹਨਾਂ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਇਹਦੇ ਤੇ। ਇਹ ਥੋੜਾ ਧਰਤੀ ਤੇ ਆਉਣ। ਜਿਵੇਂ ਗੁਰੂ ਨਾਨਕ ਨੇ ਖੇਤੀਬਾੜੀ ਸ਼ੁਰੂ ਕਰਤੀ, ਉਹ ਕਹਿੰਦੇ ਵੀ ਖੇਤ ਜਿਹੜਾ ਹੈਗਾ ਉਹ ਤੁਹਾਡਾ ਦਿਮਾਗ ਹੈ, ਉਹਨੂੰ ਤੁਸੀਂ ਵਾਹੁਣਾ, ਜਿਹੜੀ ਖੇਤੀ ਕਰਨੀ ਉਹ ਦਿਮਾਗ ਨੂੰ ਵਾਹੁਣਾ। ਪੇਸ ਕਹਿੰਦੇ ਤੁਹਾਡਾ ਭਿਖਾਰੀ ਪੇਸ, ਇਹ ਭਿਖਾਰੀ, ਇਹ ਸੁਲਤਾਨਾਂ ਵਾਲਾ, ਤੁਸੀਂ ਤਾਂ ਨੌਕਰ ਹੋ। ਇਸੇ ਤਰ੍ਹਾਂ ਹਰ ਕੋਈ ਗਿਣਿਆ ਜਾਂਦਾ, ਪਬਲਿਕ ਸਰਵੈਂਟ ਕਿਹਾ ਜਾਂਦਾ ਹਰ ਕਿਸੇ ਨੂੰ, ਹਰ ਕੋਈ ਪਬਲਿਕ ਸਰਵੈਂਟ ਬਣ ਜਾਂਦਾ ਜਦੋਂ ਅਹੁਦੇ ਤੇ ਆ ਜਾਂਦਾ। ਤੇ ਉਹਨੂੰ ਪਬਲਿਕ ਸਰਵੈਂਟ ਦੱਸਿਆ, ਤੇ ਤੁਸੀਂ ਐਵੇਂ ਚੌੜੇ ਹੋਣ ਦਾ ਕੀ ਮਤਲਬ? ਧਰਤੀ ਤੇ ਰਹੋ ਤਾਂ ਕਿ ਲੋਕੀ ਘੱਟੋ ਘੱਟ ਸਬਰ ਕਰਨ, ਵੀ ਇਹ ਵੀ ਸਬਰ ਦੇ ਨਾਲ ਰਹਿ ਰਹੇ। ਅਸੀਂ ਆਪਣੇ ਆਪੇ ਤੋਂ ਬਾਹਰ ਹੋ ਕੇ ਜੇ ਬਣੀਏ ਤਾਂ ਸਾਰਿਆਂ ਨਾਲੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੀ ਟ੍ਰੈਡੀਸ਼ਨਲ ਸਕ੍ਰਿਪਟ ਬਣੀ ਸੀ ਪੋਲੀਟੀਕਲ, ਇਟ ਮਸਟ ਚੇਂਜ ਡਰਾਸਟਿਕਲੀ। ਸਿੰਸੈਰਿਟੀ in what you say and what you do should be there. Second ਚੀਜ਼ ਹੈ ਜਿਹੜੀ ਕਿ ਪਹਿਲੇ 5 ਸਾਲ ਦੇ ਵਿੱਚ ਨਹੀਂ ਆਈ ਬਾਹਰ, ਉਹ ਇਹ ਹੈ ਕਿ ਇਹਨਾਂ ਨੂੰ ਤਾਂ ਧਨ ਦਾ ਵੀ ਲਾਲਚ ਹੈ, ਜਾਂ ਧਨ ਦੀ ਕਵਰਤੋਂ ਕਰਨੀ ਹੈ, ਜਿਹੜੇ ਲੋਕ ਦੇਣ ਟੈਕਸਾਂ ਰਾਹੀਂ ਦੇਣ ਜਾਂ ਵੈਸੇ ਡੋਨੇਸ਼ਨ ਦੇਣ। ਹੁਣ PM ਕੇਅਰਸ ਫੰਡ ਲਾ ਲਓ, ਕਹਿੰਦੇ ਅਸੀਂ ਆਡਿਟ ਨਹੀਂ ਕਰਾਉਣਾ ਜੀ, ਤੇ ਇਹ ਤਾਂ ਪਹਿਲਾਂ ਚੋਰੀ ਦਾ, ਇਹ ਤਾਂ ਸੰਨ ਮਾਰ ਲਈ। ਬਿਲਕੁਲ ਨਹੀਂ, ਇਹ ਤਾਂ ਸੰਨ ਮਾਰ ਲਈ ਤੁਸੀਂ। ਉਹ ਜਿੰਨਾ ਵੀ 15,000 ਕਰੋੜ ਜਾਂ ਕਿੰਨੇ ਹਜ਼ਾਰ ਕਰੋੜ, ਮੈਨੂੰ ਹੁਣ ਯਾਦ ਨਹੀਂ ਹੈ, ਉਹਨੂੰ ਸੰਨ ਤਾਂ ਪਹਿਲੇ ਦਿਨ ਲਾ ਲਈ। ਇੱਕ TV ਵਾਲੇ ਦੱਸਦੇ ਸੀ ਜਦੋਂ ਕਰੋਨਾ ਆਇਆ, ਕਹਿੰਦੇ ਸਾਨੂੰ 20 ਕਰੋੜ ਆਇਆ ਕਿ ਤੁਸੀਂ ਆਪਣੇ TV ਤੇ ਕਰੋਨਾ ਦਾ ਲਫ਼ਜ਼ ਨਹੀਂ ਆਉਣ ਦੇਣਾ। ਕੀ ਉਹਦੇ ਨਾਲ ਪ੍ਰੋਬਲਮ ਲੁੱਕ ਗਈ? ਉਹਦੇ ਨਾਲ ਪ੍ਰੋਬਲਮ 10 ਗੁਣਾ ਹੋ ਗਈ, ਕਿਉਂਕਿ ਦੂਜੇ ਪਾਸੇ ਇਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ, ਨਫ਼ਰਤ ਫੈਲਾਉਣਾ, ਕ੍ਰਿਸਚਨ ਤੇ ਕਿੰਨੇ ਹਮਲੇ ਹੋ ਲਿਆ ਜਦੋਂ ਦੀਆਂ ਇਲੈਕਸ਼ਨ ਸ਼ੁਰੂ ਹੋਈਆਂ, ਮੁਸਲਮਾਨਾਂ ਦਾ ਤਾਂ ਇਹਨਾਂ ਨੇ ਜਿਉਣਾ ਔਖਾ ਕਰ ਦਿੱਤਾ, ਇੰਨਾ ਐਗਰੈਸਿਵ ਉਹਨਾਂ ਦੇ ਪ੍ਰਤੀ ਬੋਲਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਨੈਗੇਟਿਵਿਟੀ ਵੱਲ ਲਿਜਾਂਦੀਆਂ ਨੇ, ਇਹ ਚੀਜ਼ਾਂ ਹਟਣੀਆਂ ਚਾਹੀਦੀਆਂ। ਇਹਨਾਂ ਨੂੰ ਰਾਜ ਕਰਨਾ ਚਾਹੀਦਾ ਹੈ ਜਿਵੇਂ ਇੱਕ ਗਰੀਬ ਮੁਲਕ ਦੀ ਸਰਕਾਰ ਨੂੰ ਕਰਨਾ ਚਾਹੀਦਾ ਹੈ, ਸਬਰ ਸੰਤੋਖ ਵਿੱਚ ਰਹਿ ਕੇ ਪੈਸੇ ਦਾ ਧਿਆਨ ਰੱਖਣਾ ਚਾਹੀਦਾ ਹੈ, ਔਰ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਇਹ ਇਹਨਾਂ ਨੂੰ ਇੱਥੇ ਚੇਂਜ ਆਉਣੀ ਚਾਹੀਦੀ ਹੈ ਨੈਸ਼ਨਲ ਲੈਵਲ ਤੇ। ਮੈਂ ਕਹਿਣਾ ਚਾਹੁੰਦਾ, ਜਿਸ ਤਰ੍ਹਾਂ ਤੁਸੀਂ ਸੈਂਟਰ ਸਰਕਾਰ ਦੀ ਗੱਲ ਕੀਤੀ ਹੈਗੀ, ਹੁਣ ਪ੍ਰਾਈਮ ਮਿਨਿਸਟਰ ਸਾਹਿਬ ਸੁਣਿਆ ਕਿ ਫਿਰ ਆ ਸਕਦੇ ਨੇ ਪੰਜਾਬ ਦੇ ਵਿੱਚ, ਜਦੋਂ ਗੱਲਾਂ ਕਰਦੇ ਨੇ ਪੰਜਾਬ 'ਚ ਆ ਕੇ, ਜਾਂ ਜਿਸ ਤਰ੍ਹਾਂ ਜਿਸ ਦਿਨ ਬਿੱਲ ਵਾਪਸ ਲਏ ਨੇ, ਉਹ ਬੜਾ ਗੁਰੂ ਸਾਹਿਬ ਜੀ ਦੇ ਫਲਸਫੇ ਦੀ ਗੱਲ ਕਰਦੇ ਨੇ, ਸਿਧਾਂਤਾਂ ਦੀ ਗੱਲ ਕਰਦੇ ਨੇ। ਤੁਹਾਨੂੰ ਲੱਗਦਾ ਕਿ ਪੰਜਾਬ 'ਚ ਆ ਕੇ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਧਰਤੀ 'ਤੇ ਆਉਣਾ ਚਾਹੀਦਾ ਹੈਗਾ ਇਹਨਾਂ ਨੂੰ, ਇਹ ਉੱਡਦੇ ਫਿਰਦੇ ਨੇ, ਉਹ ਕੁਛ ਕਿ ਵੋਟਾਂ ਦੀ ਖਾਤਰ ਕੁਛ ਇੱਥੇ ਵੀ ਫਿਰ ਸੈਂਟਰ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਰਹੇ ਨੇ, ਕੋਈ ਛਲਾਵਾ ਕਰਨਗੇ, ਦਿਖਾਵਾ ਕਰਨਗੇ?
ਦੇਖੋ ਉੱਥੇ ਇਹਨਾਂ ਨੇ ਹੁਣ ਨਾ ਕੁਝ 2-2.5 ਸਾਲਾਂ ਤੋਂ ਜਿਹੜੀ ਇਹ ਚਲਾਕੀ ਖੇਡਦੇ ਨੇ ਉਹ ਐਕਸਪੋਜ਼ ਹੋ ਰਹੀ ਹੈ। ਇਹ ਕਈ ਚੀਜ਼ਾਂ ਦੇ ਵਿੱਚ ਸਾਬਤ ਹੋਇਆ। ਹੁਣੇ ਉੱਥੇ ਆਏ ਬਠਿੰਡੇ ਫਿਰੋਜ਼ਪੁਰ ਜਾਣ ਵਾਸਤੇ, ਜਿਹੜੇ ਹੈਲੀਕਾਪਟਰ ਵਾਲੇ ਸੀ ਉਹ ਸੋਫਿਸਟੀਕੇਟਡ, ਉਹਦੇ ਤੇ ਇੱਕ ਸੀਨੀਅਰ ਪਾਇਲਟ ਰਿਟਾਇਰਡ ਉਹਦਾ ਆਰਟੀਕਲ ਆਇਆ ਕਿ ਉਹ ਬਿਲਕੁਲ ਹੈਲੀਕਾਪਟਰ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਧੁੰਦ ਹੈ ਜਾਂ ਹੋਰ ਹੈ। ਔਰ ਉੱਥੇ ਖਬਰਾਂ ਵੀ ਇਹੋ ਹੀ ਆਈਆਂ ਨੇ ਕਿ ਇਹਨਾਂ ਨੂੰ ਕਿਹਾ ਗਿਆ ਜੀ ਆਓ ਹੈਲੀਕਾਪਟਰ 'ਚ ਬੈਠੋ ਚੱਲੀਏ। ਇਹਨਾਂ ਨੇ ਕਿਹਾ ਮੈਂ ਬਾਈ ਰੋਡ ਜਾਣਾ, ਇਹਨਾਂ ਦਾ ਆਪਣਾ ਫੈਸਲਾ ਸੀ। ਅੱਛਾ, ਹੁਣ ਜੋ ਮਰਜ਼ੀ ਤੁਸੀਂ ਕਹਿ ਲਓ 150 ਕਿਲੋਮੀਟਰ ਸ਼ਾਇਦ ਡਿਸਟੈਂਸ ਸੀ, ਕਹਿੰਦੇ ਕਦੇ ਪਰ MP ਕਦੇ PM ਇੰਨਾ ਡਿਸਟੈਂਸ ਬਾਈ ਰੋਡ ਗਿਆ ਹੀ ਨਹੀਂ। ਤੇ ਗਲਤੀਆਂ ਤੁਸੀਂ ਕਰ ਰਹੇ ਹੋ। ਜੇ ਅੱਗੇ ਕਿਤੇ ਗਲਤੀ ਇਸੇ ਤਰ੍ਹਾਂ ਦੀ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਕਿਤੇ ਹੋ ਗਈ ਹੈ ਤੇ ਫਿਰ ਤੁਸੀਂ ਠੰਡੇ ਰਹੋ। ਕਿਸੇ ਨੇ ਇਹ ਵੀ ਕਿਹਾ ਕਿ ਕਿਉਂ ਨਹੀਂ ਗੱਡੀ 'ਚੋਂ ਨਿਕਲ ਕੇ ਉੱਥੇ ਚਲੇ ਗਏ ਕਿ ਹਾਂ ਕਿਸਾਨੋਂ ਭਰਾਓ, ਡਰ ਕਾਹਦਾ? ਜੇ ਆਦਮੀ ਨੂੰ ਸੇਵਾ ਵਿੱਚ ਲੱਗਾ ਹੋਇਆ ਉਹਨੂੰ ਕੋਈ ਡਰ ਨਹੀਂ ਹੁੰਦਾ। ਸੱਚੇ ਸੁੱਚੇ ਆਦਮੀ ਨੂੰ ਘਬਰਾਉਂਦਾ ਉਹ ਹੈ, ਡਰਦਾ ਉਹ ਹੈ ਜਿਹਨੇ ਕਿ ਕੋਈ ਨਾ ਕੋਈ ਖਰਾਬੀਆਂ ਕੀਤੀਆਂ ਹੋਣ। ਉਹਦਾ ਅੰਦਰ ਦਾ ਡਰ ਫਿਰ ਜਾਂਦਾ ਨਹੀਂ ਹੈ। ਉੱਥੇ ਫਿਰ ਵਾਪਸ ਆ ਕੇ ਬਠਿੰਡੇ ਕਹਿੰਦੇ ਥੈਂਕ ਯੂ ਵੈਰੀ ਮੱਚ ਮਿਸਟਰ ਚੰਨੀ, ਮੈਂ ਆਪਣੀ ਲਾਈਫ ਬਚਾ ਕੇ ਜਾ ਰਿਹਾ। ਇਹ ਕੋਈ ਗੱਲ ਕਹਿਣ ਵਾਲੀ ਸੀ? ਹਰ ਪਾਸਿਓਂ ਫਟਕਾਰ ਪਈ ਹੈ ਮੋਦੀ ਜੀ ਨੂੰ ਇਹਨਾਂ ਗੱਲਾਂ ਕਰਕੇ, ਇਹਨਾਂ ਗਲਤੀਆਂ ਕਰਕੇ। ਸਵਾਏ BJP ਦੇ ਹੋਰ ਕਿਸੇ ਨੇ ਕੋਈ ਇਸ ਗੱਲ ਨੂੰ ਚੰਗਾ ਨਹੀਂ ਗਿਣਿਆ। ਇਹੋ ਗਿਣਿਆ ਕਿ ਜੇ ਗਏ ਸੀ ਤੇ ਬਜਾਏ ਕੁਝ ਆਪਣਾ ਪਲੱਸ ਫੈਕਟਰ ਲੈ ਕੇ ਆਉਂਦੇ, ਨੈਗੇਟਿਵ ਹੀ ਹੋਏ ਨੇ। ਤੇ ਇਹ ਗੱਲਾਂ ਇਹਨਾਂ ਨੂੰ ਖਿਆਲ ਰੱਖਣੀਆਂ ਚਾਹੀਦੀਆਂ। ਇਸ ਮਸਲੇ 'ਚ BJP ਦੇ ਨਾਲ ਅਲਾਈਅੰਸ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤਾ, ਸੁਖਦੇਵ ਸਿੰਘ ਢੀਂਡਸਾ ਨਾਲ ਵੀ ਕੀਤਾ ਹੈਗਾ ਜੀ। ਇਹਨਾਂ ਦੀ ਹੁਣ ਬੁੱਢੇ ਠੇਰਿਆਂ ਦੀ ਕੀ ਗੱਲ ਕਰੀਏ, ਹੈ ਜੀ। ਤੇ ਉਹ ਪੰਜਾਬੀ 'ਚ ਸਾਡੇ ਕਹਿੰਦੇ ਤੁੱਕੇ ਫੇਲ ਹੋ ਗਏ, ਤੇ ਮਤਲਬ ਬ੍ਰੇਨ ਦੇ ਤੁੱਕੇ ਫੇਲ ਹੋ ਗਏ। ਹੁਣ ਕੈਪਟਨ ਸਾਹਿਬ ਦਾ ਲੈ ਲਓ, ਉੱਥੇ 60 MLA ਲਿਖ ਕੇ ਆਏ ਕਿ ਜੇ ਰਹੇ ਤੇ ਅਸੀਂ ਹਾਰ ਜਾਣਾ। ਤੇ ਫਿਰ ਗੁੱਸਾ ਕਾਹਦਾ? 4.5 ਸਾਲ ਹੋ ਗਏ ਸੀ ਤੇ ਕੀ ਇਹ ਘੱਟ ਸਮਾਂ? ਇੰਨਾ ਇੱਜ਼ਤ ਮਾਣ ਮਿਲਿਆ ਕਾਂਗਰਸ ਦਾ, ਹਰ ਪਾਸੇ ਇਹਨਾਂ ਦੀ ਇੱਜ਼ਤ ਸੀਗੀ ਸਾਰੀ। ਮਤਲਬ ਆਪਣੇ ਪੈਰ ਤੇ ਆਪ ਕੁਹਾੜਾ ਮਾਰ ਲੈਣਾ। ਮੈਨੂੰ ਤਾਂ ਇਹ ਹੈਰਾਨੀ ਹੈ ਜਿਹੜੇ ਇਹਨਾਂ ਦੇ ਚਾਪਲੂਸੀ ਸਾਰਿਆਂ ਨਾਲੋਂ ਕਲੋਜ਼ ਇਹਨਾਂ ਦੇ, ਉਹ ਸਾਰੇ ਦੇ ਸਾਰੇ ਉਹਨਾਂ 'ਚ ਇੱਕ ਵੀ ਇਹਨਾਂ ਨਾਲ ਨਹੀਂ ਗਿਆ। ਇਹਨਾਂ ਨੂੰ ਲੱਭਣੇ ਪਏ ਵਿਚਾਰੇ ਛੋਟੇ ਸੈਕੰਡ ਲੈਵਲ ਦੇ ਬੰਦੇ, ਫਿਰ ਇਹਨਾਂ ਨੇ ਚੁਣ ਕੇ ਹੁਣ ਅੱਗੇ ਕੀਤੇ ਆ। ਜਿਹੜਾ ਇਹਨਾਂ ਦੇ ਨਾਲ ਫਸਟ ਰੇਟ ਪੋਲੀਟਿਕਸ ਲੈਵਲ, ਨਾਟ ਕਿ ਉਹ ਬੰਦੇ ਫਸਟ ਰੇਟ ਸੀਗੇ, ਲੇਕਿਨ ਉਹ ਪਹਿਲੇ ਦਰਜੇ ਤੇ ਪਹੁੰਚ ਚੁੱਕੇ ਸੀਗੇ ਪੋਲੀਟਿਕਸ ਦੇ ਵਿੱਚ। ਉਹਨਾਂ 'ਚੋਂ ਇੱਕ ਵੀ ਬੰਦਾ ਇਹਨਾਂ ਦੇ ਨਾਲ ਨਹੀਂ ਆਇਆ। ਤੇ ਇਹਨਾਂ ਨੂੰ ਤਾਂ ਹੁਣ ਬਹੁਤ ਲੇਟ ਹੋ ਗਿਆ, ਇਹਨਾਂ ਨੇ ਕੋਈ ਸਮਝਣ ਵਾਲੀ ਸਟੇਜ ਨਿਕਲ ਚੁੱਕੀ ਹੈ। ਪਤਾ ਕਿ ਇਹਨਾਂ ਚੋਣਾਂ 'ਚ ਕੈਪਟਨ ਅਮਰਿੰਦਰ ਸਿੰਘ ਫਿਰ ਈਗੋ ਦੇ ਚੱਕਰ ਜਾਂ ਐਰੋਗੈਂਸ ਦੇ ਚੱਕਰ 'ਚ ਕਿ ਮੈਨੂੰ ਕਾਂਗਰਸ ਨੇ ਬੇਇੱਜ਼ਤ ਕਰਕੇ ਬਾਹਰ ਕੱਢਿਆ ਗਿਆ, ਮੈਂ ਸਬਕ ਸਿਖਾ ਲਾਂ, ਕਾਂਗਰਸ ਨੂੰ ਹਰਾਵਾਂਗਾ, ਜਾਂ ਕਾਂਗਰਸ ਕੱਲ੍ਹ ਨੂੰ ਹਾਰ ਜਾਂਦੀ ਤੇ ਕਹਿਣਗੇ ਕਿ ਮੇਰੇ ਕਰਕੇ ਹਾਰੀ। ਦੇਖੋ, ਪਾਰਟੀ ਦੀ ਇੱਜ਼ਤ ਤੁਹਾਨੂੰ ਕਦੋਂ ਮਿਲਦੀ ਹੈ? ਜਦੋਂ ਤੁਸੀਂ ਵਿਜয়ੀ ਹੋ, ਜਦੋਂ ਤੁਸੀਂ ਪਾਰਟੀ ਨੂੰ ਜਿਤਾਓ ਤਾਂ ਪਾਰਟੀ ਕ੍ਰੈਡਿਟ ਦਿੰਦੀ ਹੈ, ਤਾਂ ਤੁਹਾਨੂੰ ਪਾਰਟੀ ਅਹੁਦੇ ਦਿੰਦੀ ਹੈ। ਤੇ ਜੇ ਤੁਸੀਂ 4.5 ਸਾਲ ਕੰਮ ਹੀ ਨਹੀਂ ਕੀਤਾ, ਕਿਸੇ ਨੂੰ ਰੋਕਿਆ ਨਹੀਂ, ਕਰਪਸ਼ਨ ਚੰਡੀਗੜ੍ਹ ਦੇ ਆਲੇ ਦੁਆਲੇ ਜਿਹੜੀ ਦੀਵੇ ਥੱਲੇ ਹਨੇਰੇ ਵਾਲੀ ਤੁਸੀਂ ਦੇਖ ਲਓ, ਸਾਰਿਆਂ ਨਾਲੋਂ ਜ਼ਿਆਦਾ ਇਹਨਾਂ ਇਸ ਇਲਾਕੇ ਵਿੱਚ ਸੀ। ਕਿਸੇ ਆਫਿਸ ਚਲੇ ਜਾਓ। ਤੇ ਜੇ ਆਪਣਾ ਇਹਨਾਂ ਨੇ ਥੋੜ੍ਹਾ ਬਹੁਤ ਰਿਲੈਕਸਡ ਲਾਈਫ ਰਹਿਣੀ ਸੀ, ਬੜੀ ਮਿਹਨਤ ਪੁਰਾਣੀ ਕੀਤੀ ਹੋਈ ਸੀ ਜੇ ਇਹਨਾਂ ਨੂੰ ਸੀ, ਤੇ ਉਨੀ ਕੁ ਕਰਦੇ, ਅੱਧਾ ਕੁ ਕੰਮ ਵੀ ਕਰ ਲੈਂਦੇ। ਉਹ ਕੀਤਾ ਨਹੀਂ ਇਹਨਾਂ ਨੂੰ, ਉਹ ਤਾਂ ਸਮਝ ਨਹੀਂ ਆਈ। ਇੱਥੋਂ ਤਾਂ ਹੀ ਸਮਝ ਨਹੀਂ ਆਈ ਕਿ 60 MLA ਮੇਰੇ ਖਿਲਾਫ ਉੱਤੇ ਲਿਖ ਕੇ ਦੇ ਦੇਣਗੇ ਕਿ ਅਸੀਂ ਹਾਰ ਜਾਵਾਂਗੇ। ਤੇ ਫਿਰ ਹੁਣ ਕੀ ਰਹਿ ਗਿਆ ਸੀ ਜਿਹਦੇ ਤੇ ਇਹ ਮਾਣ ਕਰਕੇ ਇੱਜ਼ਤ ਭਾਲਦੇ ਸੀ? ਜੇ ਤੁਹਾਡੇ 60 MLA ਲਿਖ ਕੇ ਦੇ ਦੇਣ, ਉਸ ਦਿਨ ਤਾਂ ਤੁਹਾਡੀ ਇੱਜ਼ਤ ਲੱਥ ਗਈ।
ਹੁਣ ਤੁਸੀਂ ਕਿਹੜੀ ਇੱਜ਼ਤ ਦੇ ਬੇਸਿਸ ਤੇ ਕਿਹੜੀ ਤੁਸੀਂ ਮਹਿਸੂਸ ਕਰਦੇ ਹੋ? ਹਾਈ ਕਮਾਂਡ ਨੇ ਮੈਨੂੰ ਠੀਕ ਨਹੀਂ ਕੀਤਾ, ਹਾਈ ਕਮਾਂਡ ਨੇ ਠੀਕ ਨਹੀਂ ਕੀਤਾ। ਉਹ ਵਿਚਾਰੇ ਅਜੇ ਤਾਈਂ ਕੁਝ ਨਹੀਂ ਬੋਲੇ ਇਹਨਾਂ ਦੇ ਬਾਰੇ। ਸਰ ਮੈਂ ਆਪਣੇ ਪਹਿਲੇ ਸਵਾਲ ਦੇ ਅੰਦਰ ਮੈਂ ਖੇਤੀ ਨੂੰ ਲੈ ਕੇ ਵੀ ਪੰਜਾਬ ਦੀ ਪਛਾਣ ਹੀ ਖੇਤੀ ਆ ਜੀ, ਔਰ ਖੇਤੀ ਦਾ ਜਿਹੜਾ ਮੁੱਦਾ ਉਹ ਬਣ ਕਿਉਂ ਨਹੀਂ ਰਿਹਾ ਹੈਗਾ? ਕਿਸਾਨ ਜਥੇਬੰਦੀਆਂ ਨੇ ਅੱਡ ਬਣਾ ਲਈ, ਉਹ ਉਹਨਾਂ ਕੋਲ ਵੀ 117 ਨਹੀਂ ਲੱਭੇ, ਉਹ ਵੀ 14 ਤੇ ਆ ਕੇ ਟਿਕ ਗਿਆ ਅੱਗੇ। ਕਿ ਜਾਂ ਕਾਲੀ ਦਾ ਫੈਸਲਾ ਹੈਗਾ ਜਾਂ ਕਿਸਾਨਾਂ ਨੂੰ ਲੱਗਦਾ ਹੈ ਕਿ ਨਹੀਂ, ਇਹ ਸਿਆਸਤ ਦੀ ਦਲਦਲ 'ਚ ਸਾਨੂੰ ਨਹੀਂ ਫਸਣਾ ਚਾਹੀਦਾ? ਖੇਤੀ ਦਾ ਮੁੱਦਾ ਬਣ ਗਿਆ ਹੁਣ, ਐਕਚੁਅਲੀ ਇਹ ਨਹੀਂ ਕਿ ਨਹੀਂ ਬਣਿਆ, ਔਰ ਇੱਥੇ ਨਹੀਂ ਦੁਨੀਆ ਦੇ ਵਿੱਚ ਬਣ ਗਿਆ। ਇਹਦਾ ਕ੍ਰੈਡਿਟ ਕਿਸਾਨੀ ਨੇ, ਜਿਹੜੇ ਕਿਸਾਨ ਲੀਡਰ ਨੇ, ਖਾਸ ਕਰਕੇ ਇਹਨਾਂ 'ਚੋਂ ਦਿਮਾਗ ਵਾਲਾ ਬਲਬੀਰ ਸਿੰਘ ਰਾਜੇਵਾਲ ਜੀ, ਇਹ ਉਹਦੀ ਕਾਢ ਸੀ ਜਿਹਨੂੰ ਸਾਰੇ ਹਿੰਦੁਸਤਾਨ ਦੇ ਇਕੋਨੋਮਿਸਟ, ਸਾਰੇ ਹਿੰਦੁਸਤਾਨ ਦੇ ਜਿੰਨੇ ਵੀ ਆਰਥਿਕ ਵਿਗਿਆਨੀ ਨੇ, ਹੋਰ ਨੇ, ਸਾਰੇ ਉਹ ਤਾਰੀਫਾਂ ਹੀ ਕਰੀ ਜਾ ਰਹੇ ਸੀ। ਇਹਨਾਂ ਨੇ ਨੁਕਸ ਕੱਢ ਕੇ ਦਿੱਤੇ। ਸਰਕਾਰਾਂ ਨੇ ਕਿਸੇ ਨੇ ਕਿਹਾ? ਸਰਕਾਰਾਂ ਨੇ। ਬਾਦਲ ਸਾਹਿਬ ਆਪਣੀ ਸਰਕਾਰ ਦੀ ਪਾਰਟੀ ਗਿਣਦੇ ਆ, ਸਾਡੀ ਕਿਸਾਨਾਂ ਦੀ ਪਾਰਟੀ ਆ। ਉਹਨਾਂ ਨੇ ਤਾਂ ਐਕਟ ਪਾਸ ਕਰਵਾਏ ਔਰ ਉਹਨੂੰ ਪ੍ਰੇਜ਼ ਕਰਦੇ ਰਹੇ। ਇਹਨਾਂ ਦੇ ਘਰੋਂ ਪ੍ਰੇਜ਼ ਹੁੰਦੀ ਰਹੀ, ਕਿਹਨੂੰ ਨਹੀਂ ਪਤਾ। ਤੇ ਇਹ ਤਾਂ ਕਿਸਾਨ ਲੀਡਰ ਇਹਨਾਂ ਰਾਜੇਵਾਲ ਨੇ ਲੱਭੀ ਇਹ ਗੱਲ ਕਿ ਨਹੀਂ, ਇਹਨਾਂ ਦਾ ਤਾਂ ਬਹੁਤ ਨੁਕਸਾਨ ਹੈ ਕਿਸਾਨੀ ਨੂੰ। ਪਰ ਮੈਨੂੰ ਲੱਗਦਾ ਸਰ ਇਹਨਾਂ ਚੋਣਾਂ ਦੇ ਵਿੱਚ ਕਿਉਂ ਨਹੀਂ ਮੁੱਦਾ ਕਿਉਂ ਨਹੀਂ? ਉਹਦੀ ਗੱਲ ਆਪਾਂ ਇਹ ਕਰਦੇ ਹੁਣ, ਕਿਸਾਨੀ ਦੇ ਮੁੱਦੇ ਦੀ ਗੱਲ ਕਰਦੇ ਹਾਂ। ਉਸ ਗੱਲ ਨੂੰ ਆਪਾਂ ਨੇਪਰੇ ਚੜਾ ਲਈਏ। ਪਹਿਲਾਂ ਕਿਸਾਨੀ ਦਾ ਮੁੱਦਾ ਇਹ ਹੈ ਕਿ ਕਿਸਾਨੀ ਬਾਈ ਇਟਸੈਲਫ ਇਨ ਦੀ ਓਪਨ ਮਾਰਕੀਟ ਨਹੀਂ ਚੱਲ ਸਕਦੀ। ਇਹਨਾਂ ਨੇ ਜਿਹੜੇ ਕਾਨੂੰਨ ਲਿਆਂਦੇ ਸੀ, ਉਹ ਦਵਿੰਦਰ ਸ਼ਰਮਾ ਨੇ ਉਹਨਾਂ ਨੂੰ ਲੀਰੀ ਕਰ ਦਿੱਤਾ ਪਾੜ। ਇਹਨਾਂ ਦੀ ਹਰ ਆਰਗੂਮੈਂਟ, ਉਹ ਇੱਕ ਇਕੋਨੋਮਿਸਟ ਹੈ ਜਿਹੜਾ ਕਿ ਟ੍ਰੈਡੀਸ਼ਨਲ ਕਮਿਊਨਿਸਟ ਇਕੋਨੋਮਿਸਟ ਨਾਲੋਂ ਲੈਦਾ, ਉਹਦੀ ਕੋਈ ਨਹੀਂ ਸੀ ਸੁਣਦਾ। ਹੁਣ ਉਹਦੀ ਸੁਣਵਾਈ ਹੋ ਗਈ ਹੈ। ਔਰ ਇਹ ਜੋ ਕਿਸਾਨਾਂ ਨੇ, ਇਹਨਾਂ ਨੇ ਕਿਹਾ, ਅਮਰੀਕਨ ਕਿਸਾਨਾਂ ਦੇ ਅਸੀਂ ਸੰਦੇਸ਼ ਪੜ੍ਹੇ ਆ। ਉਹਨਾਂ ਨੇ ਕਿਹਾ ਅਸੀਂ ਗਲਤੀ ਕਰਕੇ, ਅਸੀਂ ਜਦੋਂ ਇਹ ਰੀਗਨ ਨੇ ਕਾਨੂੰਨ ਬਣਾਏ ਸਾਡੇ, ਅਸੀਂ ਜਦੋਂ ਜਦ ਪੂਰੇ ਜ਼ੋਰ ਸ਼ੋਰ ਨਾਲ ਨਹੀਂ ਕੀਤੀ, ਅਸੀਂ ਐਕਸੈਪਟ ਕਰਕੇ ਬੈਠ ਗਏ ਵੀ ਅਸੀਂ ਕੁਛ ਨਹੀਂ ਕਰ ਸਕਦੇ। ਤੁਸੀਂ ਇਹ ਜਿਹੜਾ ਹੌਸਲੇ ਵਾਲਾ ਕੰਮ ਕੀਤਾ ਹੈ, ਤੁਸੀਂ ਇਹਦੇ ਤੋਂ ਹਟਿਓ ਨਾ। ਇਹ ਉਹਨਾਂ ਨੇ ਮੈਸੇਜ ਦਿੱਤੇ, ਅਸੀਂ ਗਲਤੀ ਕਰਨੀ, ਤੁਸੀਂ ਨਾ ਕਰਿਓ। ਹੁਣ ਇਹ ਸਾਰੀ ਜਿਹੜੀ ਹੈ ਕੌਨਸ਼ੀਅਸਨੈਸ ਸਾਰੇ ਮੁਲਕ ਵਿੱਚ ਆ ਰਹੀ ਹੈ। ਔਰ ਬਾਹਰਲੇ ਮੁਲਕਾਂ ਤੇ ਤਾਂ ਡਾਇਰੈਕਟ ਇਨਕਮ ਦੇ ਵਿੱਚ 40% ਇੱਕ ਫਾਰਮਰ ਦੀ ਇਨਕਮ ਅਮਰੀਕਾ ਦੇ ਵਿੱਚ ਉਹ ਡਾਇਰੈਕਟਲੀ ਗਵਰਨਮੈਂਟ ਇਨਕਮ ਜਾਂਦੀ ਉਹਨਾਂ ਨੂੰ। ਉਹਨਾਂ ਤਾਂ ਫਿਰ ਵੀ ਆਪਣੇ ਆਪ ਨੂੰ ਸੰਭਾਲ ਕੇ ਰੱਖਿਆ ਸਰਕਾਰਾਂ ਨੇ। ਸਾਡੀਆਂ ਸਰਕਾਰਾਂ ਨਲਾਇਕ ਰਹੀਆਂ। ਇਹਨਾਂ ਨੂੰ ਹੁਣ ਜਲਦੀ ਸਮਝਣਾ ਚਾਹੀਦਾ। ਔਰ ਜਿਹੜੀ MSP ਐਜ਼ ਅ ਲਾਅ ਹੈਗੀ ਹੈ, ਇਹ ਬਣਨੀ ਹਿੰਦੁਸਤਾਨ ਲਈ ਬਹੁਤ ਜ਼ਰੂਰੀ ਹੈ। ਜੇ ਹਿੰਦੁਸਤਾਨ ਹੁਣ ਆਪਣੇ ਆਪ ਨੂੰ ਇੱਕ ਡੈਮੋਕ੍ਰੇਸੀ ਦੇ ਤੌਰ 'ਤੇ ਰੱਖਣਾ ਚਾਹੁੰਦਾ ਹੈ, ਨਹੀਂ ਤਾਂ ਜਿਹੜਾ ਇਹ ਨਵਾਂ ਆਪਣੀ ਪੀੜ੍ਹੀ ਆਈ ਹੈ, ਪੜ੍ਹੀ ਲਿਖੀ ਵੀ ਹੈ, ਇਹਨਾਂ ਕੋਲ ਟੈਕਨੋਲੋਜੀ ਦਾ ਵੀ ਨੌਲੇਜ ਹੈ, ਔਰ ਟੈਕਨੋਲੋਜੀ ਇੰਨੀ ਇੰਪਰੂਵ ਹੋ ਗਈ ਹੈ ਕਿ ਉਹਦੇ ਨਾਲ ਝੱਟ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ। ਇਹ ਹੁਣ ਅਸੀਂ ਇੱਕ ਨਵੀਂ ਦਲਦਲ 'ਚ ਫਸ ਰਹੇ ਹਾਂ। ਸਰ ਉਹ ਇਹ ਹੈ ਕਿ ਲੋਕ ਕਹਿ ਰਹੇ ਕਿ CM ਭਗਵੰਤ ਮਾਨ ਬਣੂਗਾ ਜਾਂ ਸੁਬੀਰ ਬਣੂਗਾ, ਚੰਨੀ ਬਣੂਗਾ ਜਾਂ ਨਵਜੋਤ ਸਿੰਘ ਸਿੱਧੂ ਬਣਨਗੇ। ਸਵਾਲ ਹੈ ਕਿ ਲੋਕ ਇਹ ਕਿਉਂ ਨਹੀਂ ਕਹਿ ਰਹੇ ਕਿ ਤੁਸੀਂ ਖੇਤੀ ਬਾਰੇ ਦੱਸੋ ਵੀ ਖੇਤੀ ਨੂੰ ਲੈ ਕੇ ਅਸੀਂ ਸਰਕਾਰਾਂ ਕੀ ਕਰ ਸਕਦੇ ਹਾਂ? ਤੁਸੀਂ ਚਿਹਰੇ ਚੁਣ ਰਹੇ ਹੋ, ਲੇਕਿਨ ਤੁਸੀਂ ਇਹ ਨਹੀਂ ਚੁਣ ਰਹੇ ਕਿ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਫਸਿਆ ਹੋਇਆ, ਉਹਨੂੰ ਬਾਹਰ ਕਿਵੇਂ ਕੱਢਣਾ ਹੈਗਾ, ਉਹ ਦੁੱਗਣੀ ਆਮਦਨ ਉਹਦੀ ਕਿਵੇਂ ਕਰਨੀ ਹੈਗੀ ਆ, ਉਹਦੇ ਵੱਲ ਕੋਈ ਨਹੀਂ ਧਿਆਨ ਕਰ ਰਿਹਾ। ਪਹਿਲਾਂ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਕਿ ਠੀਕ ਆ, ਕਿਸਾਨੀ ਅੰਦੋਲਨ ਪੰਜਾਬ ਤੋਂ ਵੀ ਗਏ ਆ, ਅਕਾਲੀ ਦਲ ਦਾ ਤੋੜ ਵਿਛੋੜਾ ਵੀ ਹੋਇਆ, ਪਰ ਉਸ ਮੁੱਦੇ 'ਤੇ ਕੋਈ ਨਹੀਂ ਆ ਰਿਹਾ ਹੈਗਾ ਕਿ ਜਿਹੜੇ 15 ਮਹੀਨੇ ਮਿਹਨਤ ਕਰਕੇ ਸੈਂਟਰ ਸਰਕਾਰ ਦੇ ਗੋਡੇ ਲਵਾਏ ਨੇ, ਮਾਫੀ ਮੰਗਣੀ ਪਈ ਹੈਗੀ, ਉੱਤੇ ਕੋਈ ਨਹੀਂ ਗੱਲ ਕਰਨਾ ਚਾਹੁੰਦਾ। ਨਹੀਂ ਦੇਖੋ, ਜਿਹੜਾ ਲੀਡਰਸ਼ਿਪ ਕਿਸੇ ਦੇ ਵੀ ਹੱਥ ਆ ਜਾਵੇ, ਕੀ ਲੀਡਰਸ਼ਿਪ ਕੋਲ, ਉਸ ਲੀਡਰ ਕੋਲ ਦਿਮਾਗ ਹੈ, ਉਹਦੀ ਸੋਚਣ ਦੀ ਸ਼ਕਤੀ ਹੈ, ਕੀ ਉਹਦੇ ਕੋਲ ਸੋਚਣ ਦਾ ਟਾਈਮ ਹੈ, ਕਿ ਉਹਦੀ ਇੱਦਾਂ ਦੀ ਮਾਨਸਿਕ ਅਵਸਥਾ ਹੈ ਕਿ ਉਹਨੂੰ ਇਹੋ ਜਿਹੀ ਸੋਚ ਹੋਵੇ। ਇਹ ਇਹਨਾਂ 'ਚੋਂ ਵੱਡੇ ਤੋਂ ਵੱਡੇ ਭਾਵੇਂ ਬਾਦਲ ਸਾਹਿਬ ਸੀ, ਭਾਵੇਂ ਛੋਟਾ ਬਾਦਲ, ਉਹਦੀ ਤਾਂ ਗੱਲ ਹੀ ਕੀ ਕਰਨੀ ਹੈ। ਉਹਨੂੰ ਤਾਂ ਜੇ ਤੁਸੀਂ ਦੇਖਣਾ ਨਾ ਵੀ ਹਾਂ ਸੜਕਾਂ ਕਿੱਧਰ ਨੂੰ ਬਣਾਉਣੀਆਂ, ਉਹ ਕੰਟਰੈਕਟ ਦੇਣ ਲੱਗਿਆ ਵੀ ਉਸ 'ਚੋਂ ਪੈਸੇ ਆਉਣੇ ਆ, ਮੁੜ ਕੇ ਜਦੋਂ ਉਹਦਾ ਟੋਲ ਟੈਕਸ ਮੁਕਰਰ ਕਰਨਾ, ਉਹਦੇ ਵਿੱਚੋਂ ਵੀ ਪੈਸੇ ਆਉਣੇ ਤੁਹਾਨੂੰ। ਉਹਨਾਂ ਨੂੰ ਇਹੋ ਜਿਹੇ ਕੰਮ ਆਉਂਦੇ ਆ।
ਇਹ ਸੋਚ ਉਹਨਾਂ ਦੀ ਮਹੀਨ ਸੋਚ ਜਿਹੜੀ ਹੈ ਕਿ ਅੱਜ ਇੱਕ ਗੁੰਝਲਦਾਰ ਬੁਝਾਰਤ ਹੈ, ਇਹਨੂੰ ਕਿਵੇਂ ਹੱਲ ਕਰਨਾ। ਨਾ ਇਹ ਬਾਦਲ ਸਾਹਿਬ ਨੇ ਦਿਖਾਈ ਹੈ, ਨਾ ਕੈਪਟਨ ਸਾਹਿਬ ਨੇ ਦਿਖਾਈ ਹੈ, ਨਾ ਰੁਚੀ ਦਿਖਾਈ ਹੈ, ਨਾ ਟਾਈਮ ਸੀ ਉਹਨਾਂ ਕੋਲ ਇਹਨਾਂ ਗੱਲਾਂ ਵਾਸਤੇ। ਬਾਕੀ ਹੋਰ ਕਿਹਦੇ ਕੋਲ ਆਉਣਾ। ਅਰਵਿੰਦ ਕੇਜਰੀਵਾਲ ਆ ਕੇ ਪੰਜਾਬ 'ਚ ਗਰੰਟੀਆਂ ਦੇ ਰਹੇ ਨੇ, ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਦੀ ਗੱਲ ਕਰੇ ਜੀ। ਕੇਜਰੀਵਾਲ ਇਜ਼ ਅ ਵੁਲਫ ਇਨ ਸ਼ੀਪਸ ਕਲੋਥਿੰਗ। ਉਹ ਬੰਦੇ ਦੀ ਹੀ ਇਜ਼ ਅ ਫੋਰਕਡ ਟੰਗ, ਜਿਵੇਂ ਸੱਪ ਦੀ ਹੁੰਦੀ ਨਾ ਜ਼ਬਾਨ, ਜੀ ਦਿੱਲੀ ਵਿੱਚ ਕੁਝ ਹੋਰ ਬੋਲਦੀ ਆ, ਉਹ ਪੰਜਾਬ ਵਿੱਚ ਕੁਝ ਹੋਰ ਬੋਲਦੀ ਹੈ, ਇੱਦਾਂ ਚੱਲਦੀ ਉਹਦੀ ਜ਼ਬਾਨ। ਉਹ ਬੰਦਾ ਮੋਸਟ ਅਨਰਿਲਾਇਬਲ ਹੈ। ਉਹਦੇ ਨਾਲ ਆਪਣੇ ਕੀ ਬਾਬਾ ਜੀ ਜਿਹੜੇ ਪਹਿਲਾਂ ਲੱਗੇ ਸੀ ਉਹ ਨਹੀਂ ਚੱਲ ਸਕੇ, ਉਹਨਾਂ ਨਾਲ ਨਹੀਂ ਚੱਲ ਸਕਿਆ। ਐਡਮਿਰਲ ਰਾਮਦਾਸ ਇੰਨਾ ਵਧੀਆ ਬੰਦਾ, ਜਿਹੜਾ ਹੁਣ ਵੀ ਮੋਦੀ ਸਾਹਿਬ ਨੂੰ ਉਹਨੇ 2-3 ਵਾਰੀ ਚੌਕਸ ਕੀਤਾ ਸਾਰੀ ਜਦੋਜਹਿਦ ਦੌਰਾਨ ਕਿ ਤੁਸੀਂ ਗਲਤ ਕਰ ਰਹੇ ਹੋ, ਤੁਸੀਂ ਠੀਕ ਰਾਹ 'ਤੇ ਆਓ। ਇਹੋ ਜਿਹੇ ਬੰਦੇ ਨੂੰ ਨਹੀਂ ਉਹ ਰੱਖ ਸਕਿਆ। ਪ੍ਰਸ਼ਾਂਤ ਭੂਸ਼ਣ ਦੱਸੋ ਉਹਦੇ ਨਾਲ ਬੰਦਾ ਕਿਹੜਾ ਜਿਹਨੇ ਸਾਰੀ ਹਰ ਚੀਜ਼ ਆਪਣੀ ਉੱਥੇ ਲਗਾ ਦਿੱਤੀ, ਔਰ ਉਹਦੀ ਪੋਜੀਸ਼ਨ ਸਾਰੀ ਇੰਡੀਆ ਵਿੱਚ ਹੈ, ਅਤੇ ਉਹ ਨਹੀਂ ਰਹਿ ਸਕਿਆ। ਯੋਗੇਂਦਰ ਯਾਦਵ ਨਹੀਂ ਰਹਿ ਸਕਿਆ, ਸਾਡਾ ਡਾਕਟਰ ਗਾਂਧੀ ਨਹੀਂ ਰਹਿ ਸਕਿਆ, ਸੁੱਚਾ ਸਿੰਘ ਛੋਟੇਪੁਰ ਸਾਡੇ ਸਾਰਿਆਂ ਨਾਲ ਵਧੀਆ ਪੋਲੀਟੀਸ਼ੀਅਨ ਹੋ ਸੀ ਪੁਰਾਣਿਆਂ 'ਚ, ਉਹਨੂੰ ਜ਼ਲੀਲ ਕੀਤਾ। ਅਤੇ ਇਹ ਬੰਦਾ ਤਾਂ ਇਹਨੂੰ ਵਿਚਾਰੇ ਨੂੰ ਸਾਡੇ ਭਗਵੰਤ ਮਾਨ ਨੂੰ ਟਿੱਬੀ ਮਾਰਨੀ ਜਦੋਂ ਮਰਜ਼ੀ ਮਾਰ ਲਏ। ਤੇ ਨਵਜੋਤ ਸਿੰਘ ਸਿੱਧੂ ਵੀ ਉਹ ਵੀ ਪੰਜਾਬ ਮਾਡਲ ਦੀ ਗੱਲ ਕਰਦੇ ਕਿ ਚਾਹੇ ਉਹ ਖੇਤੀ ਦੇ ਨੂੰ ਲੈ ਕੇ ਗੱਲ ਕਰਦੇ ਨੇ ਕਿ ਪੰਜਾਬ ਦਾ ਆਪਣਾ ਮਾਡਲ ਹੋਣਾ ਚਾਹੀਦਾ ਜੀ। ਪੰਜਾਬ ਤੇ ਨਵਜੋਤ ਸਿੱਧੂ ਦੀ ਪਿੱਠ ਸੁਣਦੀ ਹੈ। ਉਹਨੇ ਅਜੇ ਤਾਈਂ ਆਪਣੀ ਓਨੈਸਟੀ ਦੀ ਰੈਪੂਟੇਸ਼ਨ ਮੇਨਟੇਨ ਕੀਤੀ ਹੈ। ਉਹਦੇ ਜਿਹੜੇ ਮਿਨਿਸਟਰ ਦੇ ਐਕਸ਼ਨ ਵੀ ਸੀ ਸਰਕਾਰ ਨੂੰ ਸ਼ਾਇਦ ਨਾ ਪਸੰਦ ਹੋਣ, ਲੇਕਿਨ ਉਹ ਠੀਕ ਸੀਗੇ ਸਾਰੇ। ਸੋ ਉਹਦੇ 'ਚ ਮਾਦਾ ਵੀ ਹੈ, ਉਹ ਕੁਝ ਕਰਨਾ ਵੀ ਚਾਹੁੰਦਾ ਹੈ, ਔਰ ਕਾਫੀ ਦੇਰ ਪਾਵਰ 'ਚ ਰਹਿ ਕੇ, ਹੁਣ ਇੱਕ ਅੱਧੇ ਨਹੀਂ ਕਿ ਮੇਰੇ ਖਿਆਲ ਕੋਈ 2 ਦਹਾਕਿਆਂ ਤੋਂ ਉਹ ਪਾਵਰ ਵਿੱਚ ਹੈ। MP MLA ਇਹ ਤਾਕਤ ਹੀ ਹੁੰਦੀ ਹੈ, ਉਹਦੇ ਕੋਲ ਪੋਲੀਟੀਕਲ ਪਾਵਰ, ਉਹਦੇ 'ਤੇ ਕੋਈ ਦਾਗ ਲੱਗਾ ਨਹੀਂ। ਔਰ ਸੈਕੰਡਲੀ ਉਹਨੂੰ ਇਹ ਹੈ ਵੀ ਆ, ਹੁਣ ਚੰਨੀ ਵਿਚਾਰਾ ਆਇਆ ਸੀ, ਬੜਾ ਸੋਹਣਾ ਜੋਸ਼ ਪੈਦਾ ਹੋਇਆ ਸੀ, ਆ ਭਤੀਜੇ ਦੇ ਵਿੱਚ ਉਹ ਵੀ ਫਸ ਗਿਆ ਹੈ ਜੀ। ਗੱਲ ਇਹ ਹੈ ਵੀ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਜਿਹੜਾ ਹੈ ਨਾ, ਉਹਦੇ ਵਿੱਚ ਸੱਚਾਈ ਹੈ ਨਹੀਂ, ਇਮਾਨਦਾਰੀ ਹੈ ਨਹੀਂ, 2 ਚੀਜ਼ਾਂ ਹੈ ਨਹੀਂ ਇਸ ਵੇਲੇ ਮੁਲਕ ਨੂੰ। ਅਤੇ ਇਸ 2 ਚੀਜ਼ਾਂ ਬਗੈਰ ਸਾਡਾ ਢਾਂਚਾ ਠੀਕ ਨਹੀਂ ਹੋਣਾ। ਲੱਗਦਾ ਸਰ ਜਿਹੜੇ ਟ੍ਰੈਡੀਸ਼ਨ ਚਾਹੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਆ, ਆਮ ਆਦਮੀ ਪਾਰਟੀ ਆ, ਭਾਰਤੀ ਜਨਤਾ ਪਾਰਟੀ, ਪੰਜਾਬ 'ਚ ਇੱਕ ਮੌਕਾ ਸੀ ਕਿ ਲੋਕ ਆਪਣੀ ਪਾਰਟੀ ਚੁਣ ਸਕਦੇ। ਬਲਬੀਰ ਸਿੰਘ ਰਾਜੇਵਾਲ ਜਾਂ ਜੋਗਿੰਦਰ ਸਿੰਘ ਅਗਰਾਹਾਂ, ਇਹਨਾਂ ਦੀ ਅਗਵਾਈ ਇੱਕ ਇਕੱਠੀ ਬਣ ਜਾਂਦੀ ਹੈਗੀ, ਉਸ ਮੰਚ 'ਤੇ ਆ ਕੇ ਇਲੈਕਸ਼ਨ ਲੜੀ ਜਾ ਸਕਦੀ। ਤੁਸੀਂ ਸਿਆਸਤ ਦੇ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾ ਕੇ ਆਪਣੇ ਹੱਥੀਂ ਫੈਸਲੇ ਲੈ ਸਕਦੇ ਸੀ। ਇਹ ਕੁਝ ਪਾਰਟੀਆਂ ਇਲੈਕਸ਼ਨ ਵਿੱਚ ਨਹੀਂ ਆਈਆਂ। ਮੈਂ ਹਰ ਇਹਨਾਂ ਦੇ ਜਿਹੜੇ ਐਜੀਟੇਸ਼ਨ ਸੈਂਟਰ ਉੱਥੇ ਗਿਆ ਹੋਇਆ, ਇਹਨਾਂ ਦੀਆਂ ਸਪੀਚਾਂ ਸੁਣੀਆਂ, ਇਹਨਾਂ ਦੇ ਨੰਬਰ 2 ਲੀਡਰਾਂ ਦੀਆਂ ਸਪੀਚਾਂ ਸੁਣੀਆਂ। ਜਿੰਨਾ ਵੀ ਉਹ ਸਟੇਜ ਤੋਂ ਬੋਲਦੇ ਸੀ, ਉਹ ਸਾਰੀਆਂ ਉਹਨਾਂ ਦੀਆਂ ਕਿਸਾਨੀ ਦੀਆਂ, ਪੇਂਡੂ ਖੇਤਰ ਦੀਆਂ ਪ੍ਰੋਬਲਮ ਸਾਰੀਆਂ ਪੰਜਾਬ ਸਰਕਾਰ ਦੇ ਖੇਤਰ ਨਾਲ ਜੁੜੀਆਂ ਹੋਈਆਂ ਨੇ। ਉਸ ਸਥਿਤੀ ਵਿੱਚ, ਉਸ ਐਨਵਾਇਰਨਮੈਂਟ ਵਿੱਚ ਇਹ ਕਹਿਣਾ ਕਿ ਅਸੀਂ ਇਲੈਕਸ਼ਨ ਨਹੀਂ ਲੜਨੀ, ਇਹ ਪਿੱਠ ਦਿਖਾਉਣਾ ਜਿਹੜਾ ਇਹ ਜਿਹੜੇ ਬਾਹਰ ਰਹਿ ਗਏ ਇਹਨਾਂ ਨੂੰ ਕਿਸੇ ਦਿਨ ਬੜੀ ਇਹਦੀ ਸਖਤ ਸਜ਼ਾ ਮਿਲਣੀ ਹੈ। ਇਹਨਾਂ ਲੋਕਾਂ ਨੇ ਮੁੜ ਕੇ ਇਹਨਾਂ ਨੂੰ ਹੀ ਪੁੱਛਣਾ ਹੈ ਕਿ ਹਾਂ ਸਾਡੀ ਕੀ ਕਰਾਈ ਸੀ, ਕਾਹਦੇ ਵਾਸਤੇ ਕਰਾਈ ਸੀ। ਹੁਣ ਫਿਰ ਕਿੰਨੀ ਜਗ੍ਹਾ ਬਿਠਾ ਚੁੱਕੇ ਆ, ਕਦੇ ਉੱਥੇ ਬਿਠਾਉਂਦੇ, ਕਦੇ ਉੱਥੇ ਬਿਠਾਉਂਦੇ। ਵੀ ਤੁਸੀਂ ਸਰਕਾਰ 'ਚੋਂ ਤੁਸੀਂ DC ਨੂੰ ਫੋਨ ਕਰੋ, ਹੋਰ ਫੋਨ ਕਰੋ ਕਿਸੇ ਨੂੰ। ਕੋਈ ਪ੍ਰਾਈਵੇਟ ਬੰਦਾ ਵੀ, ਕੋਈ ਪ੍ਰਾਈਵੇਟ ਸੈਕਟਰ ਵੀ ਮੁਨਕਰ ਨਹੀਂ ਹੋ ਸਕਦਾ ਜਦੋਂ ਉੱਪਰੋਂ ਹਦਾਇਤ ਜਾਵੇ। ਬਜਾਏ ਇਸ ਅਵਸਥਾ ਵਿੱਚ ਆਉਣ ਦੇ ਫਿਰ ਕੀ ਸੀ ਕਰਨੀ ਉੱਥੇ, ਜਾਂ ਕਰਾਉਣੀ ਕੀ ਸੀ। ਆਪ ਤਾਂ ਜਾ ਕੇ ਉੱਥੇ ਰਹਿ ਜਾਂਦੇ ਸੀ, ਸੋਹਣੇ ਬੰਗਲੇ ਮੁੰਗਲੇ ਪਤਾ ਨਹੀਂ ਮੈਨੂੰ ਕਿੱਥੇ ਠਹਿਰਦੇ ਸੀ। ਅਤੇ ਕੀ ਤਾਂ ਆਮ ਕਿਸਾਨ ਦੇ ਜਿਹੜੇ ਮਰੇ ਆ, ਉਹਨਾਂ ਦਾ ਇਹਨਾਂ ਨੂੰ ਜੇ ਕੋਈ ਪਿਆਰ ਹੈ
ਤਾਂ ਬਾਹਰ ਆਉਣ ਲੜਨ, ਜੇ ਨਹੀਂ ਹੁਣ ਲੜ ਸਕੇ ਘੱਟੋ ਘੱਟ ਐਲਾਨ ਕਰਨ ਕਿ ਅਸੀਂ ਜੀ ਤੁਸੀਂ ਸ਼ਾਮਲ ਹੋ ਔਰ ਇਹਨਾਂ ਨੂੰ ਕਾਮਯਾਬ ਕਰੋ। ਇਹ ਬਾਹਰ ਨਹੀਂ ਹੈਗੇ ਉਹਨਾਂ ਤੋਂ, ਇਹ ਉਹਨਾਂ ਦੇ ਆਖੇ ਚੱਲਣਗੇ ਔਰ ਜੇ ਖਾਸ ਕਰਕੇ ਜਿੱਤਣਗੇ ਉਹਨਾਂ ਦੇ ਕਹਿਣ 'ਤੇ, ਉਹਨਾਂ ਦੀ ਸਪੋਰਟ ਨਾਲ, ਉਹ ਦੇ ਵਿਲ ਬੀ ਗ੍ਰੇਟਫੁਲ। ਸੋ ਇਹ ਇਹਨਾਂ ਨੂੰ ਇਮੀਡੀਏਟਲੀ ਕਰਨਾ ਪੈਣਾ, ਨਹੀਂ ਇਹਨਾਂ ਨੂੰ ਸਜ਼ਾ ਭੁਗਤਣੀ ਪੈਣੀ ਹੈ। ਬਹੁਤ ਬਹੁਤ ਮਿਹਰਬਾਨੀ ਸਰ। ਥੈਂਕ ਯੂ। ਬਿਲਕੁਲ, ਕਿਉਂਕਿ ਬਹੁਤ ਵੱਡੀ ਲੜਾਈ ਜਿੱਤੀ ਸੀ, ਕਿਉਂਕਿ ਕਿਸਾਨਾਂ ਨੇ ਪਹਿਲੇ ਦਿਨ ਤੋਂ ਕਹਿਤਾ ਸੀ ਕਿ ਜਿਹੜੇ ਖੇਤੀ ਕਾਨੂੰਨ ਭਾਰਤ ਸਰਕਾਰ ਨੇ ਪੇਸ਼ ਕੀਤੇ ਨੇ, ਪਾਸ ਕੀਤੇ ਨੇ, ਉਹ ਮਾੜੇ ਨੇ, ਕਿਸਾਨਾਂ ਵਾਸਤੇ ਨਹੀਂ, ਸਮਾਜ ਵਾਸਤੇ ਵੀ, ਦੇਸ਼ ਵਾਸਤੇ। ਪਰ ਹੁਣ ਗੱਲ ਪੰਜਾਬ ਦੀਆਂ ਚੋਣਾਂ ਦੀਆਂ, ਪੰਜਾਬ ਦੀਆਂ ਚੋਣਾਂ ਦੇ ਵਿੱਚ ਕਿਸਾਨ ਅੱਧੇ ਕੀ ਅੰਦਰ ਨੇ, ਅੱਧੇ ਕੀ ਬਾਹਰ ਹੈਗੇ ਨੇ, ਲੇਕਿਨ ਚਾਹੇ ਅੰਦਰ ਨੇ ਚਾਹੇ ਬਾਹਰ ਨੇ, ਲੇਕਿਨ ਉਹ ਜਿਹੜਾ ਕਿਸਾਨਾਂ ਦਾ ਜਿਹੜਾ ਮੁੱਦਾ ਉਹ ਕਿਉਂ ਗਾਇਬ ਆ? ਉਹ ਪੰਜਾਬ ਦੀ ਜਨਤਾ ਉਸ ਮੁੱਦੇ 'ਤੇ ਕਿਉਂ ਨਹੀਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਖਿਚਾਈ ਕਰ ਰਹੀਆਂ ਕਿ ਆਖਰ ਕਿਉਂ ਵਜ੍ਹਾ ਕਿ ਸਿਰਫ ਚਿਹਰਿਆਂ 'ਤੇ ਸਿਆਸਤ ਹੋ ਰਹੀ ਆ, ਜਦ ਕਿ ਹੋਣੀ ਮੁੱਦਿਆਂ 'ਤੇ ਹੋਣੀ ਚਾਹੀਦੀ, ਕਿਉਂਕਿ ਤਾਂ ਹੀ ਪੰਜਾਬ ਦਾ ਭਲਾ ਹੋਏਗਾ। ਇਹ ਇੰਟਰਵਿਊ ਤੁਹਾਨੂੰ ਕਿਹੋ ਜਿਹੀ ਲੱਗੇਗੀ ਉਹ ਸਾਨੂੰ ਆਪਣੇ ਸੁਝਾਅ ਵੀ ਦੇਣੇ, ਅਤੇ ਲਾਜ਼ਮੀ ਤੌਰ 'ਤੇ ਸਾਡਾ ਫੇਸਬੁੱਕ ਪੇਜ, YouTube ਪੇਜ, ਇੰਸਟਾਗ੍ਰਾਮ, ਟਵਿੱਟਰ ਪੇਜ ਵੀ ਲਾਈਕ ਕਰਨਾ। ਅਗਲੀ ਇੰਟਰਵਿਊ ਫਿਰ ਲੈ ਕੇ ਹਾਜ਼ਰ ਹੋਵਾਂਗੇ, ਤਦ ਤੱਕ ਲਈ ਸਾਨੂੰ ਦਿਓ ਆਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ।